नमस्कार साथियों। रीट ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਸੈਕਿੰਡ ਲੈਂਗੁਏਜ ਪੰਜਾਬੀ ਦੇ ਅੰਦਰ ਆਪਣੇ ਇੱਕ ਕਾਵੀ ਟੋਟੇ ਤੋਂ ਸੰਬੰਧਿਤ ਪੁਆਇੰਟ ਆਉਣ ਵਾਲਾ ਹੈ। ਉਸ ਦੇ ਅੰਦਰ ਆਪਾਂ ਨੂੰ ਕਾਵੀ ਦੇ ਤੱਤ ਪੁੱਛੇ ਜਾਣ ਵਾਲੇ ਨੇ। ਇਸ ਤੋਂ ਪਹਿਲੇ ਮੈਂ ਆਪ ਨੂੰ ਕਈ ਵੀਡੀਓ ਦੇ ਅੰਦਰ ਕਵਿਤਾ ਦੇ ਤੱਤ ਨੇ ਯਾਨੀ ਕਾਵੀ ਦੇ ਜੋ ਤੱਤ ਨੇ ਉਹ ਵੀਡੀਓ ਪ੍ਰੋਵਾਈਡ ਕਰਵਾਏ ਸਨ, ਪਰ ਅੱਜ ਫਿਰ ਦੁਬਾਰਾ ਤੋਂ ਆਪਾਂ ਇੱਕ ਅਲੱਗ ਬੁੱਕ ਤੋਂ ਇੱਕ ਹੋਰ ਬੁੱਕ ਤੋਂ ਕਾਵੀ ਦੇ ਤੱਤ ਨੇ ਉਹ ਪੜ੍ਹਨ ਜਾ ਰਹੇ ਹਾਂ। ਤਾਂ ਆਓ ਸਾਥੀਓ ਗੱਲ ਕਰਦੇ ਹਾਂ ਕਿ ਕਾਵੀ ਦੇ ਤੱਤ ਕਿਹੜੇ-ਕਿਹੜੇ ਨੇ। ਸਭ ਤੋਂ ਪਹਿਲੇ ਤਾਂ ਆਪਾਂ ਜਾਣਾਂਗੇ ਕਿ ਕਾਵੀ ਦੇ ਤੱਤ ਅਸਲ ਦੇ ਅੰਦਰ ਹੈ ਕੀ। ਕਵਿਤਾ ਦੇ ਤੱਤਾਂ ਤੋਂ ਭਾਵ ਕਵਿਤਾ ਦੇ ਬੁਨਿਆਦੀ ਬਣਤਰੀ ਟੋਟੇ, ਯਾਨੀ ਆਪਾਂ ਕਵਿਤਾ ਦੇ ਤੱਤਾਂ ਤੋਂ ਕੀ ਮਤਲਬ ਲੈਂਦੇ ਹਾਂ ਕਿ ਕਵਿਤਾ ਦਾ ਕੋਈ ਬੁਨਿਆਦੀ ਬਣਤਰੀ ਭਾਗ ਹੈ ਜਿਹੜਾ, ਉਸ ਨੂੰ ਆਪਾਂ ਕਵਿਤਾ ਦੇ ਤੱਤ ਕਹਿ ਦਿੰਦੇ ਹਾਂ, ਜਿਨ੍ਹਾਂ ਦੀ ਇਕੱਤਰਤਾ ਤੋਂ ਕਵਿਤਾ ਦੀ ਮੁਕੰਮਲ ਘਾੜਤ ਹੁੰਦੀ ਹੈ। ਯਾਨੀ ਜਿਸ ਦੇ ਸਾਰੇ ਮੇਲ ਨਾਲ, ਯਾਨੀ ਜਿੰਨੇ ਵੀ ਤੱਤ ਹੁੰਦੇ ਨੇ ਉਹਨਾਂ ਦੇ ਸਾਰੇ ਦੇ ਸੰਯੁਕਤ ਜਿਹੜਾ ਕਾਰਜ ਹੁੰਦਾ ਹੈ ਉਸ ਦੇ ਨਾਲ ਇੱਕ ਕਵਿਤਾ ਘੜੀ ਜਾਂਦੀ ਹੈ ਜਾਂ ਫਿਰ ਕਵਿਤਾ ਦਾ ਰੂਪ ਧਾਰਨ ਕਰਦੀ ਹੈ। ਜਿਵੇਂ ਕਿਸੇ ਇਮਾਰਤ ਦੇ ਇੱਟਾਂ ਰੋੜੇ ਜਾਂ ਕਿਸੇ ਬੂਟੇ ਦੇ ਫਲ ਫੁੱਲ ਅਤੇ ਪੱਤੇ। ਹੁਣ ਇੱਕ ਐਗਜ਼ਾਮਪਲ ਦੇ ਦਿੱਤਾ ਗਿਆ ਇੱਥੇ ਕਿ ਜਿਵੇਂ ਆਪਾਂ ਬਿਲਡਿੰਗ ਬਣਾਉਣ ਦੇ ਲਈ ਇੱਟਾਂ ਰੋੜੇ ਜਾਂ ਹੋਰ ਜ਼ਰੂਰੀ ਸਮਾਨ ਇਕੱਠਾ ਕਰਦੇ ਹਾਂ, ਜਾਂ ਫਿਰ ਕਿਸੇ ਬੂਟੇ ਦੇ ਫਲ ਪੱਤੇ ਫੁੱਲ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਬਣਦੀਆਂ ਨੇ, ਤਾਂ ਉਹੀ ਤਰੀਕੇ ਨਾਲ ਕਵਿਤਾ ਦੇ ਲਈ ਜੋ ਜ਼ਰੂਰੀ ਨੇ ਉਹ ਉਸ ਦੇ ਤੱਤ ਆ ਜਾਂਦੇ ਨੇ। ਪਰੰਤੂ ਕਾਵੀ ਦੇ ਤੱਤ ਇਹਨਾਂ ਰੋੜਿਆਂ ਵਾਂਗੂ ਇਸ ਤਰ੍ਹਾਂ ਨਿਖੜਦੇ ਤੇ ਵੱਖਰੇ ਵੱਖਰੇ ਨਹੀਂ ਹੁੰਦੇ, ਸਗੋਂ ਇਹਨਾਂ ਕਾਵੀ ਤੱਤਾਂ ਦਾ ਰਿਸ਼ਤਾ ਬੜਾ ਗੂੜਾ ਅਨਿਖੜ ਤੇ ਅੰਤਰ ਸੰਬੰਧਿਤ ਹੁੰਦਾ ਹੈ। ਯਾਨੀ ਇਹ ਕਿਤੇ ਨਾ ਕਿਤੇ ਆਪਸੀ ਤੌਰ 'ਤੇ, ਯਾਨੀ ਕਵਿਤਾ ਦੇ ਜਿੰਨੇ ਵੀ ਤੱਤ ਹੁੰਦੇ ਨੇ ਉਹ ਆਪਸ ਦੇ ਅੰਦਰ ਇਸ ਤਰੀਕੇ ਨਾਲ ਜੁੜੇ ਹੁੰਦੇ ਨੇ ਕਿ ਉਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਅਤੇ ਇੱਕ ਦੂਜੇ ਤੋਂ ਨਿਰਲੇਪ ਤੇ ਅਭਿੱਜ ਹੋਣ ਕਰਕੇ ਇਹਨਾਂ ਨੂੰ ਤੱਤਾਂ ਨੂੰ ਵੇਖਿਆ ਨਹੀਂ ਜਾ ਸਕਦਾ, ਕਿਉਂਕਿ ਕਵਿਤਾ ਦਾ ਉਦੋਂ ਹੀ ਕਵਿਤਾ ਅਖਵਾਉਂਦੀ ਹੈ ਜਦੋਂ ਸਾਰੇ ਪ੍ਰਮੁੱਖ ਕਾਵਿਕ ਤੱਤ ਕਿਸੇ ਵਿਸ਼ੇਸ਼ ਪ੍ਰਬੰਧ ਅਨੁਸਾਰ ਇੱਕ ਥਾਂ ਆ ਕੇ ਇੱਕ ਸੁਰ 'ਤੇ ਇੱਕਮਿਕ ਹੋ ਜਾਂਦੇ ਨੇ ਅਤੇ ਫਿਰ ਇੱਕ ਸਮੁੱਚਾ ਪ੍ਰਭਾਵ ਪੈਦਾ ਕਰਦੇ ਹਨ। ਯਾਨੀ ਕਵਿਤਾ ਦੇ ਜਿੰਨੇ ਵੀ ਤੱਤ ਨੇ ਉਹ ਸਾਰੇ ਜਦੋਂ ਇੱਕ ਥਾਂ ਇਕੱਠੇ ਹੋ ਜਾਂਦੇ ਨੇ ਤਾਂ ਉਹ ਕਵਿਤਾ ਬਣਦੀ ਹੈ, ਅਤੇ ਕਵਿਤਾ ਦਾ ਪ੍ਰਭਾਵ ਫੇਰ ਹੀ ਪੈ ਸਕਦਾ ਜੇ ਉਹ ਸਾਰੇ ਤੱਤ ਕਾਰਜਸ਼ੀਲ ਹੋਣ, ਯਾਨੀ ਉਹ ਵਰਤੇ ਗਏ ਹੋਣ, ਕੰਮ ਕਰ ਰਹੇ ਹੋਣ। ਕਵਿਤਾ ਦੇ ਪੜ੍ਹਨ ਸਮੇਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਜਾਂ ਫਲਾਣੀ ਗੱਲ ਕਵਿਤਾ ਹੈ। ਅਸੀਂ ਇਹ ਅੱਡੋ ਫਟੀ ਭਾਵਨਾ ਭੁੱਲ ਕੇ ਹੀ ਕਵਿਤਾ ਦੇ ਪਾਠਕ ਜਾਂ ਸਰੋਤੇ ਬਣ ਸਕਦੇ ਹਾਂ। ਇਸ ਲਈ ਕਾਵੀ ਤੱਤਾਂ ਦੀ ਵੰਡ ਆਲੋਚਨਾ ਦੀ ਸਹੂਲਤ ਲਈ ਹੀ ਕੀਤੀ ਜਾਂਦੀ ਹੈ। ਉਸ ਕਵਿਤਾ ਦੇ ਸਮੁੱਚੇ ਅਨੁਭਵ ਲਈ ਕਾਵੀ ਤੱਤਾਂ ਦਾ ਨਿਖੇੜ ਅਸੰਭਵ ਨਹੀਂ। ਰਵਾਇਤੀ ਤੌਰ 'ਤੇ ਕਵਿਤਾ ਦੇ ਦੋ ਮੋਟੇ ਹਿੱਸੇ ਕਹੇ ਜਾਂਦੇ ਨੇ, ਯਾਨੀ ਆਪਾਂ ਅਗਰ ਇਸ ਨੂੰ ਰਵਾਇਤੀ ਤੌਰ 'ਤੇ ਕਵਿਤਾ ਨੂੰ ਵੰਡਣਾ ਚਾਹੀਏ ਤਾਂ ਆਪਾਂ ਮੋਟੇ ਦੋ ਹਿੱਸਿਆਂ ਦੇ ਅੰਦਰ ਇਸ ਨੂੰ ਵੰਡ ਸਕਦੇ ਹਾਂ, ਜਿਨ੍ਹਾਂ ਦੇ ਅੰਦਰ ਆਪਣੇ ਕੋਲ ਆ ਜਾਂਦਾ ਹੈ, ਇੱਕ ਹੈ ਵਿਸ਼ਾ ਪੱਖ ਯਾਨੀ ਭਾਵ ਪੱਖ, ਅਤੇ ਦੂਜਾ ਆ ਜਾਂਦਾ ਹੈ ਕਲਾ ਪੱਖ ਯਾਨੀ ਰੂਪ ਪੱਖ। ਇਹ ਤੱਤ ਨਹੀਂ, ਇਹ ਗੱਲ ਸਮਝਣ ਯੋਗ। ਇੱਥੋਂ ਹੀ ਆਪਾਂ ਨੂੰ ਡਿਵਾਈਡੇਸ਼ਨ ਪਤਾ ਚੱਲੇਗੀ ਕਿ ਵਿਸ਼ਾ ਪੱਖ ਕੀ ਹੈ ਤੇ ਅਸਲ ਦੇ ਅੰਦਰ ਕਲਾ ਪੱਖ ਕੀ ਹੈ, ਯਾਨੀ ਭਾਵ ਕੀ ਹੈ ਤੇ ਰੂਪ ਕੀ ਹੈ। ਇਹ ਦੋਨੇ ਡਿਵਾਈਡੇਸ਼ਨ ਇਹ ਮੁੱਖ ਹਿੱਸੇ ਨੇ, ਇਹਨਾਂ ਨੂੰ ਆਪਾਂ ਤੱਤ ਦਾ ਨਾਮ ਨਹੀਂ ਦੇ ਸਕਦੇ। ਤੱਤ ਯਾਨੀ ਅੰਗ। ਇਸ ਲਈ ਤੱਤਾਂ ਦੀ ਗੱਲ ਇਹਨਾਂ ਹਿੱਸਿਆਂ ਤੋਂ ਅਗਾਂਹ ਤੁਰਦੀ ਹੈ। ਹਡਸਨ ਨੇ ਇਹ ਕਾਵੀ ਤੱਤ 4 ਦੱਸੇ ਨੇ, ਯਾਨੀ ਹਡਸਨ ਦੇ ਅਨੁਸਾਰ ਕਾਵੀ ਤੱਤ ਕਿੰਨੇ ਨੇ ਉਹ ਇੱਥੇ 4 ਦੱਸੇ ਗਏ ਨੇ, ਜੋ ਇਸ ਪ੍ਰਕਾਰ ਨੇ। ਹੁਣ ਆਪਾਂ ਹਡਸਨ ਦੇ ਦਿੱਤੇ ਹੋਏ ਇਹ 4 ਕਾਵੀ ਤੱਤ ਦੇਖ ਲੈਂਦੇ ਹਾਂ। ਇਹ MA ਪੰਜਾਬੀ ਪਹਿਲਾ ਭਾਗ ਪਰਚਾ ਦੂਜੇ ਦੇ ਅੰਦਰੋਂ ਲਏ ਗਏ ਨੇ। ਪਹਿਲਾ ਆ ਜਾਂਦਾ ਹਡਸਨ ਦੇ ਅਨੁਸਾਰ ਆ ਜਾਂਦਾ ਬੁੱਧੀ ਤੱਤ, ਅਤੇ ਦੂਸਰਾ ਆ ਜਾਂਦਾ ਹੈ ਹਡਸਨ ਦੇ ਅਨੁਸਾਰ ਭਾਵ ਤੱਤ, ਤੀਸਰਾ ਆ ਜਾਂਦਾ ਹੈ ਕਲਪਨਾ ਤੱਤ, ਅਤੇ ਚੌਥਾ ਆ ਜਾਂਦਾ ਹੈ ਸ਼ੈਲੀ ਤੱਤ। ਯਾਨੀ ਇਹ 4 ਨੇ ਜਿਹੜੇ ਇਹ ਹਡਸਨ ਦੇ ਅਨੁਸਾਰ ਕਵਿਤਾ ਦੇ ਤੱਤ ਦੱਸੇ ਗਏ ਨੇ। ਪਰ ਪਿੱਛੇ ਆਏ ਕਾਵੀ ਚਿੰਤਕਾਂ ਨੇ ਇਸ ਸਮੱਸਿਆ ਨੂੰ ਹੋਰ ਵਧੇਰੇ ਡੂੰਘਾਈ ਨਾਲ ਘੋਖਿਆ ਹੈ। ਇਹਨਾਂ ਵਿੱਚ ਪੀਗੁਰੀ ਅਤੇ ਜੇਮਸ ਰੀਵਸ ਦਾ ਖਾਸ ਤੌਰ 'ਤੇ ਨਾ ਵਰਣਨਯੋਗ ਨੇ। ਇਹਨਾਂ ਆਲੋਚਕਾਂ ਦੇ ਵਿਚਾਰ ਦੀ ਰੋਸ਼ਨੀ ਵਿੱਚ ਕਾਵੀ ਦੇ ਨਾਂ
ਹੇਠ ਲਿਖੇ ਤੱਤ ਨਿਸ਼ਚਿਤ ਕੀਤੇ ਜਾ ਸਕਦੇ ਨੇ। ਯਾਨੀ ਇੱਥੇ ਹੁਣ ਜਿਹੜੇ ਆਪਾਂ ਇਹ ਪੜ੍ਹਨ ਜਾ ਰਹੇ, ਇਹ ਕਵਿਤਾ ਦੇ ਤੱਤ ਹੈ। ਇਹ ਸਾਰੇ ਦੇ ਸਾਰੇ ਜਿੰਨੇ ਵੀ ਦਿੱਤੇ ਹੋਏ ਹੈ ਨਾ, ਇਹ ਸਭ ਦੇ ਸਭ ਕਵਿਤਾ ਦੇ ਤੱਤ ਦਿੱਤੇ ਹੋਏ ਨੇ। ਇਹ ਕਾਵਿ ਦੇ ਤੱਤ ਨੇ ਅਸਲ ਦੇ ਅੰਦਰ। ਜਿਵੇਂ ਕਿ ਪਹਿਲਾ ਆ ਜਾਂਦਾ ਹੈ ਵਿਚਾਰ, ਫਿਰ ਉਸ ਤੋਂ ਬਾਅਦ ਆ ਜਾਂਦਾ ਭਾਵ, ਫਿਰ ਆ ਜਾਂਦਾ ਹੈ ਕਲਪਨਾ, ਰਸ, ਅਲੰਕਾਰ, ਪ੍ਰਤੀਕ, ਬਿੰਬ, ਛੰਦ, ਸੰਗੀਤ, ਕਾਵੀ ਭਾਸ਼ਾ ਅਤੇ ਕਾਵੀ ਸ਼ੈਲੀ। ਇਹ ਮੋਟੇ ਕਵਿਤਾ ਦੇ ਜਿਹੜੇ ਤੱਤ ਇੱਥੇ ਦਿੱਤੇ ਗਏ ਨੇ। ਆਪਾਂ ਪਿਛਲੀ 2-3 ਵੀਡੀਓ ਦੇ ਅੰਦਰ ਕਾਵੀ ਦੇ ਤੱਤ ਨੇ ਜਿਹੜੇ ਪੜ੍ਹੇ ਸਨ, ਉਹ ਸਾਹਿਤ ਬੋਧ ਨਾਮ ਪੁਸਤਕ ਦੇ ਅੰਦਰੋਂ ਪੜ੍ਹੇ ਸਨ। ਪਰ ਇਹ ਜੋ ਆਪਾਂ ਪੜ੍ਹ ਰਹੇ ਹਾਂ, ਇਹ MA ਪੰਜਾਬੀ ਭਾਗ ਪਹਿਲਾ ਪੁਸਤਕ ਦੇ ਅੰਦਰੋਂ ਪੜ੍ਹ ਰਹੇ ਹਾਂ। ਪਹਿਲਾਂ ਆਪਾਂ ਗੱਲ ਕਰਾਂਗੇ ਵਿਚਾਰ ਦੇ ਬਾਰੇ। ਯਾਨੀ ਕਵਿਤਾ ਦੇ ਅੰਦਰ ਜੋ ਵਿਚਾਰ ਹੁੰਦਾ ਹੈ ਉਹ ਕਿਸ ਪ੍ਰਕਾਰ ਦਾ ਹੁੰਦਾ ਹੈ, ਉਹ ਕਿਵੇਂ ਕੰਮ ਕਰਦਾ ਹੈ ਅਤੇ ਉਸ ਨੂੰ ਕਵੀ ਹੈ ਜਿਹੜਾ ਕਿਵੇਂ ਵਰਤਦਾ ਹੈ। ਵਿਚਾਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਵਿਚਾਰ ਯਾਨੀ ਇੱਕ ਤਰੀਕੇ ਦੀ ਬੁੱਧੀ ਕਹਿ ਸਕਦੇ ਹਾਂ ਅਸੀਂ ਉਸ ਨੂੰ। ਕਵੀ ਦੀ ਇੱਕ ਤਰ੍ਹਾਂ ਨਾਲ ਜੀਵਨ ਫਿਲਾਸਫੀ ਹੁੰਦੀ ਹੈ ਜਿਸ ਨੂੰ ਉਹ ਕਵਿਤਾ ਰਾਹੀਂ ਰੂਪਮਾਨ ਕਰਨਾ ਲੋਚਦਾ ਹੈ, ਜਾਂ ਫਿਰ ਵਿਚਾਰ ਉਹ ਸੂਝ ਹੈ ਜਿਸ ਦੇ ਸਹਾਰੇ ਕਵੀ ਬੜੀ ਸਮਝ ਸੋਚ ਨਾਲ ਕਵਿਤਾ ਨੂੰ ਸਿਰਜਦਾ ਹੈ। ਪਹਿਲਾ ਤੱਤ ਕਵਿਤਾ ਦਾ ਵਿਸ਼ਾ ਹੈ ਅਤੇ ਮਗਰਲਾ ਵਿਚਾਰ ਕਵੀ ਦਾ ਸਹਾਇਕ ਹੈ। ਪਰ ਗੱਲ ਯਾਦ ਰੱਖਣ ਵਾਲੀ ਹੈ ਕਿ ਕਵਿਤਾ ਵਿੱਚ ਖਾਲਸ ਫਿਲਾਸਫੀ ਕਤਈ ਨਹੀਂ ਹੁੰਦੀ। ਵਿਚਾਰ ਇੱਥੇ ਜਜ਼ਬਿਆਂ ਦੇ ਅਧੀਨ ਹੀ ਰਹਿੰਦਾ ਹੈ। ਮਿਡਲਟਨ ਮੁਰੇ ਦਾ ਕਥਨ ਵੇਖਣਯੋਗ ਹੈ। ਯਾਨੀ ਇਹ ਉਸ ਦਾ ਕਹਿਣਾ ਹੈ। ਆਪ ਨੂੰ ਇਸ ਰੀਟ ਇਮਤਿਹਾਨ ਦੇ ਅੰਦਰ ਜੋ ਪੁੱਛਣ ਜਾ ਰਹੇ ਨੇ, ਵਿਚਾਰ ਨਾਮਕ ਟੌਪਿਕ ਦਿੱਤਾ ਹੋਇਆ ਆਪਦੇ, ਜੋ ਪੁੱਛਣ ਜਾ ਰਹੇ ਨੇ, ਉਹ ਕਾਵੀ ਟੋਟਾ ਦੇ ਕੇ ਉਸ ਕਾਵੀ ਟੋਟੇ ਦੇ ਅੰਦਰ ਕਿਸ ਵਿਚਾਰ ਨੂੰ ਲਿਆ ਹੈ ਕਵੀ ਨੇ, ਉਸ ਦੇ ਬਾਰੇ ਪੁੱਛਣ ਜਾ ਰਹੇ ਨੇ, ਨਾ ਕਿ ਉਹ ਆਪ ਨੂੰ ਪਰਿਭਾਸ਼ਾਵਾਂ ਪੁੱਛਣ ਜਾ ਰਹੇ ਨੇ। ਇਸ ਲਈ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪ ਨੂੰ ਮੂਲ ਜੋ ਵਿਚਾਰ ਕਵਿਤਾ ਦੇ ਅੰਦਰ ਹੁੰਦਾ ਹੈ ਉਹ ਸਮਝ ਦੇ ਅੰਦਰ ਆ ਸਕੇ, ਤਾਂ ਕਿ ਤੁਸੀਂ ਉਸ ਪੁਆਇੰਟ ਨੂੰ ਵਧੀਆ ਤਰੀਕੇ ਨਾਲ ਹੱਲ ਕਰ ਸਕੋ। ਕਿਉਂਕਿ ਇਹ ਕਵਿਤਾ ਦੇ ਤੱਤ ਹੀ ਨਹੀਂ। ਜੇਕਰ ਤੱਤ ਤੁਹਾਡੇ ਸਮਝ ਆ ਗਏ ਤਾਂ ਇਹ ਸਮਝੋ ਕਿ ਕੋਈ ਵੀ ਕਾਵੀ ਟੋਟਾ ਹੈ ਉਹਨੂੰ ਤੁਸੀਂ ਠੀਕ ਕਰਨ ਦੇ ਅੰਦਰ ਕਾਮਯਾਬ ਹੋ ਜਾਓਗੇ। ਫਿਰ ਇਸ ਤੋਂ ਬਾਅਦ ਆਪਣੇ ਕੋਲ ਇੱਕ ਹੋਰ ਕਾਵੀ ਤੱਤ ਆ ਜਾਂਦਾ ਹੈ, ਜਿਹੜਾ ਉਸ ਦਾ ਨਾਮ ਆ ਜਾਂਦਾ ਹੈ ਭਾਵ। ਹੁਣ ਆਪਾਂ ਇਸ ਭਾਵ ਨੂੰ ਦੇਖ ਲੈਂਦੇ ਹਾਂ ਕਿ ਭਾਵ ਅਸਲ ਦੇ ਅੰਦਰ ਹੈ ਕੀ। ਜਦੋਂ ਆਪਾਂ ਭਾਵ ਦੀ ਗੱਲ ਕਰਦੇ ਹਾਂ, ਭਾਵ ਦਾ ਜਜ਼ਬਾ ਯਾਨੀ ਇਹਨੂੰ ਆਪਾਂ ਵਲਵਲਾ ਕਹਿ ਦਈਏ, ਕਵੀ ਦੀ ਸ਼ਖਸੀਅਤ ਦਾ ਉਹੀ ਨਿੱਜੀ ਪ੍ਰਗਟਾਵਾ ਹੈ ਜਿਸ ਰਾਹੀਂ ਉਹ ਆਪਣੀਆਂ ਮਨੋਸਥਿਤੀਆਂ ਦਾ ਸੰਚਾਰ ਕਰਦਾ ਹੈ। ਆਮ ਮਨੁੱਖੀ ਮਨ ਵਿੱਚ ਪਿਆਰ, ਕ੍ਰੋਧ, ਘਿਰਨਾ, ਉਤਸ਼ਾਹ, ਹਾਸਾ, ਸੋਗ, ਵਿਰਾਗ ਦੇ ਮਨੋਭਾਵ ਹੁੰਦੇ ਨੇ। ਇਹਨਾਂ ਭਾਵਾਂ ਯਾਨੀ ਜਜ਼ਬਿਆਂ ਵਿੱਚੋਂ ਕਿਸੇ ਨਾ ਕਿਸੇ ਦਾ ਅਸਰ ਹਰ ਕਵਿਤਾ ਵਿੱਚ ਜ਼ਰੂਰ ਮੌਜੂਦ ਰਹਿੰਦਾ ਹੈ। ਯਾਨੀ ਜਿਹੜੇ ਭਾਵ ਨੇ, ਯਾਨੀ ਇਹਨਾਂ ਨੂੰ ਆਪਾਂ ਇੱਕ ਤਰੀਕੇ ਨਾਲ ਕਹਿ ਸਕਦੇ ਕਿ ਇੱਕ ਵਲਵਲਾ, ਯਾਨੀ ਇਹਨਾਂ ਭਾਵਾਂ ਦਾ ਜੋ ਜਜ਼ਬਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਕਵਿਤਾ ਦੇ ਅੰਦਰ ਮੌਜੂਦ ਰਹਿੰਦਾ ਹੈ ਅਤੇ ਉਹੀ ਆਪਾਂ ਨੂੰ ਕਿਸੇ ਦਿਸ਼ਾ ਦੇ ਵੱਲ ਲੈ ਕੇ ਜਾਂਦਾ ਹੈ। ਯਾਨੀ ਉਹ ਵਿਰਾਗ ਦੇ ਵੱਲ ਲੈ ਕੇ ਜਾਂਦਾ ਹੈ, ਸੋਗ ਦੇ ਵੱਲ ਲੈ ਕੇ ਜਾਂਦਾ ਹੈ, ਹਾਸੇ ਦੇ ਵੱਲ, ਉਤਸ਼ਾਹ ਵੱਲ, ਕ੍ਰੋਧ ਵੱਲ, ਪਿਆਰ ਵੱਲ, ਕਿਸ ਵੱਲ ਲੈ ਕੇ ਜਾਂਦਾ ਹੈ। ਕਿਸੇ ਵੀ ਇੱਕ ਚੀਜ਼ ਦੇ ਵੱਲ ਲਿਜਾਣ ਵਾਲਾ ਆਪਾਂ ਨੂੰ ਭਾਵ ਦਾ ਜਜ਼ਬਾ ਹੁੰਦਾ ਹੈ। ਫਿਰ ਇਸ ਤੋਂ ਬਾਅਦ ਆਪਾਂ ਕਲਪਨਾ ਦੀ ਗੱਲ ਕਰਾਂਗੇ। ਇਸ ਵੀਡੀਓ ਦੇ ਅੰਦਰ ਆਪਾਂ ਪੂਰੇ ਪੁਆਇੰਟ ਪੜਾਂਗੇ। ਕਵੀ ਦੀ ਮਨੋਮੂਰਤ ਘੜਨ ਤੇ ਪੇਸ਼ ਕਰਨ ਦੀ ਸ਼ਕਤੀ ਕਲਪਨਾ ਹੈ। ਮਨ ਦੀਆਂ ਅੱਖਾਂ ਰਾਹੀਂ ਅਣਡਿੱਠੀ ਦੂਰਵਰਤੀ ਨਿਰਾਕਾਰ ਵਸਤੂ ਦੀ ਮਨੋ ਤਸਵੀਰ ਦਾ ਅਹਿਸਾਸ ਕਰਨਾ ਜਾਂ ਪਾਠਕ ਦੇ ਮਨਾਂ ਵਿੱਚ ਪੈਦਾ ਕਰਨਾ ਕਲਪਨਾ ਹੈ। ਕਲਪਨਾ ਦੁਆਰਾ ਹੀ ਕਵੀ ਬੀਤੇ ਦੀਆਂ ਅਣਵੇਖੀਆਂ ਭਾਲੀਆਂ ਦੂਰ ਦੀਆਂ ਘਟਨਾਵਾਂ ਦੀਆਂ ਇਉਂ ਗੱਲਾਂ ਕਰਦਾ ਹੈ ਜਿਵੇਂ ਉਸ ਨੇ ਅੱਖੀਂ ਵੇਖਿਆ ਹੋਣ। ਯਾਨੀ ਇਹ ਕਲਪਨਾ ਹੈ ਜਿਹੜੀ ਇਹ ਇਸ ਤਰੀਕੇ ਦੀ ਹੁੰਦੀ ਹੈ, ਯਾਨੀ ਕਵੀ ਆਪਣੀ ਕਵਿਤਾ ਦੇ ਅੰਦਰ ਕਲਪਨਾ ਨੂੰ ਇੱਦਾਂ ਸ਼ਾਮਿਲ ਕਰਦਾ ਹੈ ਜਿਵੇਂ ਉਸ ਨੇ ਉਹ ਗੱਲਾਂ ਖੁਦ ਜਾਂ ਤਾਂ ਹੰਢਾਈਆਂ ਹੋਣ ਜਾਂ ਵੇਖੀਆਂ ਹੋਣ। ਯਾਨੀ ਅਣਵੇਖੀਆਂ ਅਣਭਾਲੀਆਂ ਦੂਰ ਦੀਆਂ ਘਟਨਾਵਾਂ ਨੂੰ ਉਹ ਇਸ ਤਰੀਕੇ ਨਾਲ ਪੇਸ਼ ਕਰ ਦਿੰਦਾ ਹੈ ਕਿ ਜਿਵੇਂ ਕਿ ਉਹ ਹਕੀਕਤ ਦੀਆਂ ਅੱਖੀਂ ਦੇਖੀਆਂ ਜਾਪਦੀਆਂ ਹੋਣ। ਫਿਰ ਇਸ ਤੋਂ ਬਾਅਦ 'ਚ ਜਿਹੜਾ ਆਪਣੇ ਕੋਲੇ ਅਗਲਾ ਕਵਿਤਾ ਦਾ ਜੋ ਤੱਤ ਆ ਜਾਂਦਾ ਸਾਥੀਓ, ਉਹ ਆ ਜਾਂਦਾ ਹੈ ਰਸ ਆ ਜਾਂਦਾ ਹੈ। ਹੁਣ ਆਪਾਂ ਰਸ ਦੀ ਗੱਲ ਕਰਾਂਗੇ। ਰਸ ਜੋ ਆਪਣੇ ਕੋਲ ਆ ਜਾਂਦਾ ਹੈ, ਇਸ ਦੇ ਅੰਦਰ ਕਾਵੀ ਦੇ ਸੁਜਾਤਮਕ ਸਵਾਦ ਜਾਂ ਫਿਰ ਆਨੰਦ ਦੀ ਅਨੁਭੂਤੀ ਨੂੰ ਰਸ ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਕਾਵੀ ਰਸ ਹੈ।
ਇਹ ਇੱਕ ਤਰ੍ਹਾਂ ਦਾ ਅਹਿਸਾਸ ਹੈ ਜਿਹੜਾ ਪਾਠਕ ਦਰਸ਼ਨ ਕਵਿਤਾ ਦੇ ਪੜ੍ਹਨ ਸਮੇਂ, ਨਾਟਕ ਵੇਖਣ ਸਮੇਂ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਕਿ ਉਹ ਆਪਣੀ ਵੱਖਰੀ ਹਸਤੀ ਭੁੱਲ ਕੇ ਕਵਿਤਾ ਜਾਂ ਨਾਟਕੀ ਵਿਸ਼ੇ ਪਾਤਰਾਂ ਨਾਲ ਇੱਕ ਰੂਪ ਹੋ ਜਾਂਦਾ ਹੈ ਅਤੇ ਤੇਰ ਮੇਰ ਭੁੱਲ ਜਾਂਦਾ ਹੈ। ਇਹ ਰਸ 9 ਹਨ: ਸ਼ਿੰਗਾਰ, ਹਸ, ਕਰੂਣਾ, ਰੌਦਰ, ਵੀਰ, ਭਿਆਨਕ, ਅਦਭੁਤ ਤੇ ਵਿਭਿੰਨ ਤੇ ਸ਼ਾਂਤ ਰਸ। ਇਹ ਰਸ ਨੇ ਜਿਹੜੇ ਸਾਥੀਓ 9 ਨੇ, ਇਹ ਕਵਿਤਾ ਦੇ ਅੰਦਰ ਮੌਜੂਦ ਰਹਿੰਦੇ ਨੇ। ਇਹ 9 ਦੇ 9 ਰਸ ਆਪ ਨੂੰ ਇਸ ਚੈਨਲ ਦੇ ਉੱਪਰ ਵੀ ਅਵੇਲੇਬਲ ਕਰਵਾਏ ਗਏ ਨੇ ਤੇ ਆਪ ਦੇ ਸਿਲੇਬਸ ਦੇ ਅੰਦਰ ਵੀ ਹੈ। ਕਵਿਤਾ ਦੇ ਅੰਦਰ ਆਪ ਨੂੰ ਕਿਹੜਾ ਰਸ ਹੈ, ਇਸ ਪ੍ਰਕਾਰ ਦਾ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਅਲੰਕਾਰ। ਕਵਿਤਾ ਦੀ ਸਜਾਵਟ ਅਲੰਕਾਰ ਨੇ, ਯਾਨੀ ਕਵਿਤਾ ਦੀ ਜਿਹੜੀ ਖੂਬਸੂਰਤੀ ਦੇਣ ਵਾਲੇ ਹੁੰਦੇ ਨੇ ਉਹਨਾਂ ਨੂੰ ਆਪਾਂ ਅਲੰਕਾਰ ਦਾ ਨਾਮ ਦਿੰਦੇ ਹਾਂ। ਸ਼ਬਦ ਜਾਂ ਅਰਥ ਨੂੰ ਖੂਬਸੂਰਤ ਜਾਂ ਚਮਤਕਾਰੀ ਬਣਾਉਣ ਲਈ ਅਲੰਕਾਰ ਕਵੀ ਦੀ ਇੱਕ ਜੁਗਤ ਹੁੰਦੀ ਹੈ ਜਿਹੜੀ ਸ਼ਬਦਾਂ ਦੇ ਪ੍ਰਯੋਗ ਨਾਲ ਪੂਰੀ ਕੀਤੀ ਜਾਂਦੀ ਹੈ। ਅਲੰਕਾਰ 3 ਪ੍ਰਕਾਰ ਦੇ ਹੁੰਦੇ ਹਨ: ਸ਼ਬਦ ਅਲੰਕਾਰ, ਅਰਥ ਅਲੰਕਾਰ ਤੇ ਸ਼ਬਦਾਰਥ ਅਲੰਕਾਰ। ਯਾਨੀ ਕਵਿਤਾ ਦੇ ਅੰਦਰ ਇੱਕ ਅਲੰਕਾਰ ਨੇ ਜਿਹੜੇ ਉਹ ਕਵਿਤਾ ਨੂੰ ਖੂਬਸੂਰਤ ਬਣਾਉਂਦੇ ਨੇ। ਇਸ ਲਈ ਕਵੀ ਆਪਣੀ ਕਵਿਤਾ ਦੇ ਅੰਦਰ 3 ਪ੍ਰਕਾਰ ਦੇ ਅਲੰਕਾਰ ਵਰਤ ਲੈਂਦਾ ਹੈ। ਉਹ ਸ਼ਬਦ ਅਲੰਕਾਰ ਵਰਤ ਲੈਂਦਾ ਹੈ ਜਾਂ ਫਿਰ ਉਹ ਅਰਥ ਅਲੰਕਾਰ ਵਰਤ ਲੈਂਦਾ ਹੈ। ਕਈ ਵਾਰ ਉਹ ਸ਼ਬਦਾਰਥ ਅਲੰਕਾਰ ਵੀ ਵਰਤ ਲੈਂਦਾ ਹੈ। ਅਲੰਕਾਰ ਵੀ ਆਪ ਨੂੰ ਇਸ ਚੈਨਲ ਦੇ ਉੱਪਰ ਅਵੇਲੇਬਲ ਕਰਵਾਏ ਗਏ ਨੇ, ਇਹ ਵੀ ਆਪ ਦੇ ਸਿਲੇਬਸ ਦੇ ਅੰਦਰ ਦਿੱਤੇ ਗਏ ਨੇ। ਪਰ ਆਪ ਨੂੰ ਅਲੰਕਾਰ ਤੋਂ ਸੰਬੰਧਿਤ ਜੋ ਪ੍ਰਸ਼ਨ ਪੁੱਛਣ ਜਾ ਰਿਹਾ ਹੈ ਉਹ ਦਿੱਤੇ ਗਏ ਪੈਰੇ ਦੇ ਅਲੰਕਾਰ ਦਾ ਨਾਮ ਪੁੱਛ ਸਕਦਾ ਹੈ ਜਾਂ ਫਿਰ ਉਸ ਦੀ ਇੱਕ ਪੰਕਤੀ ਦੇ ਕੇ ਉਹ ਅਲੰਕਾਰ ਦੀ ਪਹਿਚਾਣ ਕਰਨ ਦੇ ਲਈ ਵੀ ਕਹਿ ਸਕਦਾ ਹੈ। ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਪ੍ਰਤੀਕ ਦੇ ਬਾਰੇ। ਹੁਣ ਸਿੰਬਲ ਦਾ ਪੰਜਾਬੀ ਵਿੱਚ ਵਰਤਿਆ ਜਾਂਦਾ ਸਮਾਨ ਅਰਥਾਂ ਵਾਲੇ ਸ਼ਬਦ ਨੂੰ ਪ੍ਰਤੀਕ ਕਿਹਾ ਜਾਂਦਾ ਹੈ। ਯਾਨੀ ਆਪਾਂ ਪ੍ਰਤੀਕ ਕਿਸ ਨੂੰ ਕਹਿ ਦਿੰਦੇ ਹਾਂ, ਯਾਨੀ ਜਿਹੜਾ ਜਿਸ ਨੂੰ ਆਪਾਂ ਅੰਗਰੇਜ਼ੀ 'ਚ ਆਪਾਂ ਸਿੰਬਲ ਕਹਿ ਦਿੰਦੇ ਹਾਂ ਉਹਨੂੰ ਆਪਾਂ ਇੱਕ ਤਰੀਕੇ ਨਾਲ ਪੰਜਾਬੀ ਦੇ ਅੰਦਰ ਪ੍ਰਤੀਕ ਵੀ ਕਹਿ ਦਿੰਦੇ ਹਾਂ। ਕਿਸੇ ਵਿਸ਼ੇ ਵਿੱਚ ਵਰਣਨਯੋਗ ਵਸਤੂ ਦਾ ਬਿਆਨ ਕਰਕੇ ਉਸ ਦੀ ਥਾਂ ਉਸੇ ਨਾਲ ਮਿਲਦੀ ਜੁਲਦੀ ਕੋਈ ਹੋਰ ਵਸਤੂ ਨੂੰ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ ਤਾਂ ਜੋ ਵਿਸ਼ੇ ਅਧੀਨ ਵਸਤੂ ਦਾ ਪ੍ਰਭਾਵ ਵਧੇਰੇ ਪ੍ਰਬਲ ਹੋਵੇ ਅਤੇ ਉਹਦੇ ਨਾਲ ਕਿਸੇ ਗੱਲ ਦੀ ਨੁਕਤਾਚੀਨੀ ਵੀ ਕੀਤੀ ਜਾ ਸਕੇ। ਕਈ ਵਾਰ ਪ੍ਰਤੀਕ ਨੂੰ ਚਿੰਨ੍ਹ ਵੀ ਕਿਹਾ ਜਾਂਦਾ ਹੈ, ਪਰ ਚਿੰਨ੍ਹ ਤੇ ਪ੍ਰਤੀਕ ਵਿੱਚ ਫਰਕ ਹੈ। ਯਾਨੀ ਆਪਾਂ ਕਈ ਵਾਰ ਆਮ ਤੌਰ 'ਤੇ ਸਹਿਜ ਸੁਭਾਅ ਪ੍ਰਤੀਕ ਨੂੰ ਆਪਾਂ ਚਿੰਨ੍ਹ ਵੀ ਕਹਿ ਜਾਂਦੇ ਹਾਂ, ਪਰ ਅਸਲ ਦੇ ਅੰਦਰ ਚਿੰਨ੍ਹ ਤੇ ਪ੍ਰਤੀਕ ਦੇ ਅੰਦਰ ਫਰਕ ਹੈ, ਇਹ ਇੱਕੋ ਨਹੀਂ ਹੈ। ਮਿਸਾਲ ਵਜੋਂ ਹਰ ਪ੍ਰਤੀਕ ਚਿੰਨ੍ਹ ਹੁੰਦਾ ਹੈ, ਪਰ ਆਪਾਂ ਯਾਨੀ ਇਸ ਨੂੰ ਜਦੋਂ ਸਮਝਣਾ ਚਾਹੀਏ ਨਾ ਤਾਂ ਇਸ ਦੇ ਲਈ ਆਪਣੇ ਕੋਲੇ ਆ ਜਾਂਦਾ ਹੈ ਕਿ ਹਰ ਇੱਕ ਪ੍ਰਤੀਕ ਹੈ ਜਿਹੜਾ ਉਹ ਚਿੰਨ੍ਹ ਹੈ, ਪਰ ਚਿੰਨ੍ਹ ਨੇ ਜਿਹੜੇ ਸਾਰੇ ਉਹ ਪ੍ਰਤੀਕ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਹੋ ਸਕਦੇ। ਜਿਹੜੇ ਚਿੰਨ੍ਹ ਹੁੰਦੇ ਨੇ ਉਹਨਾਂ ਨੂੰ ਆਪਾਂ ਪ੍ਰਤੀਕ ਨਹੀਂ ਕਹਿ ਸਕਦੇ। ਹੁਣ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਬਿੰਬ। ਕਵੀ ਦੀ ਬਿਆਨੀਆ ਸ਼ਕਤੀ ਤੋਂ ਕਿਸੇ ਕਵਿਤਾ ਵਿੱਚ ਪੈਦਾ ਹੋਇਆ ਉਹ ਨਿੱਕੀਆਂ ਨਿੱਕੀਆਂ ਸ਼ਬਦਮਈ ਤਸਵੀਰਾਂ ਬਿੰਬ ਹਨ ਜਿਹੜੀਆਂ ਕਿ ਪ੍ਰਤੱਖ ਜੀਵਨ ਵਿੱਚ ਮੌਜੂਦ ਰਹਿੰਦੀਆਂ ਹਨ ਅਤੇ ਜਿਨ੍ਹਾਂ ਨੂੰ ਅਸੀਂ ਮਾਣਦੇ ਹਾਂ। ਇਹ ਸ਼ਬਦ ਚਿੱਤਰ ਹੁੰਦੇ ਹਨ। ਕਵੀ ਮੈਦਾਨੀ ਜੰਗ ਦੇ ਜਿਹੜੇ ਚਿੱਤਰ ਪੇਸ਼ ਕਰਦਾ ਹੈ ਉਹ ਬਿੰਬ ਹੀ ਹੁੰਦੇ ਨੇ। ਯਾਨੀ ਬਿੰਬ ਕੀ ਹੁੰਦੇ ਨੇ? ਇੱਕ ਤਰੀਕੇ ਨਾਲ ਇਹ ਸ਼ਬਦ ਚਿੱਤਰ ਹੁੰਦੇ ਨੇ। ਕਵੀ ਆਪਣੀ ਕਵਿਤਾ ਦੇ ਅੰਦਰ ਇਸ ਤਰੀਕੇ ਦੇ ਸ਼ਬਦ ਵਰਤਦਾ ਹੈ ਕਿ ਜਿਹੜੇ ਉਹ ਸਾਡੇ ਦਿਮਾਗ ਦੇ ਅੰਦਰ ਇੱਕ ਚਿੱਤਰ ਰੂਪੀ ਕਹਾਣੀ ਛਾਪ ਜਾਂਦੇ ਨੇ। ਫਿਰ ਆ ਗਿਆ ਛੰਦ। ਛੰਦ ਇੱਕ ਇੰਪੋਰਟੈਂਟ ਟੌਪਿਕ ਹੈ। ਇਸ ਤੋਂ ਰਿਲੇਟਡ ਪ੍ਰਸ਼ਨ ਆਪ ਨੂੰ ਇੱਕ ਤਾਂ ਕਾਵੀ ਟੋਟੇ ਦੇ ਛੰਦ ਦੇ ਬਾਰੇ ਪੁੱਛਿਆ ਜਾ ਸਕਦਾ ਹੈ, ਦੂਸਰਾ ਆਪ ਨੂੰ ਕਿਸੇ ਪ੍ਰੋਪਰ ਛੰਦ ਦੇ ਨਿਯਮਾਂ ਦੇ ਬਾਰੇ ਵੀ ਪੁੱਛਿਆ ਜਾ ਸਕਦਾ ਹੈ। ਕਵਿਤਾ ਤੇ ਬਹਿਰਾਂ ਵਿੱਚ ਜਿਹੜਾ ਤੋਲ, ਵਜਨ ਤੇ ਲੈਅ ਹੁੰਦੀ ਹੈ ਉਹ ਸਭ ਕੁਝ ਛੰਦ ਹੈ। ਹਰ ਭਾਸ਼ਾ ਦੇ ਆਪੋ ਆਪਣੇ ਛੰਦ ਹੁੰਦੇ ਨੇ। ਪੰਜਾਬੀ ਕਵਿਤਾ ਵਿੱਚ 3 ਤਰ੍ਹਾਂ ਦੇ ਛੰਦ ਵਰਤੇ ਜਾਂਦੇ ਨੇ, ਜਿਵੇਂ ਕਿ ਵਰਣਿਕ, ਮਾਤਰਿਕ ਤੇ ਗਣਿਕ। ਯਾਨੀ ਪੰਜਾਬੀ 'ਚ ਜਿਹੜੇ ਛੰਦ ਵਰਤਦੇ ਆ ਉਹ 3 ਪ੍ਰਕਾਰ ਦੇ ਨੇ। ਇੱਕ ਮਾਤਰਿਕ ਜਿਸ ਦੇ ਅੰਦਰ ਮਾਤਰਾ ਦੀ ਗਿਣਤੀ ਹੁੰਦੀ ਹੈ, ਇੱਕ ਵਰਣਿਕ ਜਿਸ ਦੇ ਅੰਦਰ ਵਰਨਾਂ ਦੀ ਗਿਣਤੀ ਹੁੰਦੀ ਹੈ ਅਤੇ ਇੱਕ ਗਣਿਕ ਹੁੰਦਾ ਹੈ ਜਿਸ ਦੇ ਅੰਦਰ ਮਿਲੇ ਜੁਲੇ ਵਰਣਨ ਕਰ ਲਿਆ ਜਾਂਦਾ ਹੈ। ਯਾਨੀ ਮਿਲੇ ਜੁਲੇ ਜਿਹੜੇ ਛੰਦ ਹੁੰਦੇ ਨੇ ਉਸ ਦੀ ਗਿਣਤੀ ਕੀਤੀ ਜਾਂਦੀ ਹੈ। ਛੰਦ ਦੇ ਟੌਪਿਕ ਵੀ ਆਪ ਨੂੰ ਇਸ ਚੈਨਲ ਦੇ ਉੱਪਰ ਅਵੇਲੇਬਲ ਕਰਵਾਏ ਗਏ ਨੇ,
उत्थे जाके तुसीं हर एक छंद दे बारे जानकारी हासिल कर सकते हो। फिर आ गया अपने को कविता का एक अहम तत्त संगीत आ जाता है। संगीत छंद का ही एक हिस्सा है, परंतु छंद तो विशाल संगीत का पिड़ है। कारलाइल ने कविता नूं संगीतमई ख्याल किया है। कविता दीयां सतरां चरनां शब्दां दे समतोल तो पैदा हुई ये धुनी संगीत है, जो तोल तुकांत अनुप्रास अलंकारां दी शक्ल विच उत्पन्न हुंदा है। यानी संगीत की है, एक तरीके नाल आपां ये कह दईए कि जिहड़ा छंद हुंदा है वो संगीत पैदा करन दा एक कारण बनता है, पर असल दे अंदर जिहड़ा छंद तो भी संगीत है जिहड़ा वो विशाल आपां बहुत वडेरा ज़्यादा कह सकते हाँ आपां। हुण आ गया अपने कोले कावी भाषा, इस दे बारे आपां देख लैंदे हाँ। पहले आपनूं इस तो संबंधी जो वीडियो अवेलेबल करवाए सन, उस तो बाद ये करवाउण दा मेरा वीडियो जो परपज है उस दे पिछे कि आपनूं उस चीज़ नूं एक रिवीजन के तौर पर तुसीं इसनूं देख सको तो समझ सको, क्योंकि दोनों के अंदर थोड़ा फर्क भी रहेगा, पर दोनों का मतलब है जिहड़ा तुहानूं समझाउण दे लई कारगर सिद्ध हो सकता है। हुण आपां गल करांगे कावी भाषा की। कवि की सामग्री या माध्यम भाषा है, जिस राही कवि अपनी गल आखदा है। कविता की भाषा आम बोली हुंदी है, पर उस विच शब्दां ते मुहावरियां दा वर्णन कवि की शख्सियत ते तरजीह अनुसार विलक्षण हुंदा है। एक सफल कविता लई भाषा का सुहजात्मक रसमई संगीतक जड़ाऊ रमज भरपूर विषय अनुकूल चित्रमई पोप व्यंगमई हुनरी ते उत्तेजित होना लाजमी है। ये तो असी अपने को कावी भाषा, पर हुण आपां इस दे लास्ट जिहड़ा तत्त है कावी शैली, उसकी भी गल कर लेने हैं। शैली यानी एक स्टाइल है, जिन्हों आपां तरीका कह देने हैं। जिवें हरेक आदमी की तुरन की रफ्तार ते गुफ्तार यानी वार्तालाप का एक स्टाइल हुंदा है, यानी जिसनों आपां एक तरीका कह सकते हैं। उवें कविता का भी एक स्टाइल है। शैली शब्दों की चोण तरतीब प्रबंध मुहावरियां की जड़त अनुसार अनेक तरह की हो सकती है। यानी शैली है जिहड़ी वो कल्ली शब्दों की चोण तक ही सीमित नहीं है। शैली के अंदर शब्दों की चोण भी शामिल होंदी है, भी किस प्रकार के शब्द चुनता है कवि, उन्होंने किवें तरतीब च रखता है, प्रबंध किवें करता है, उसका मुहावरियां नूं किवें कविता के अंदर जड़ता है। ये कावी शैली के ही हिस्से मन्ने जाते हैं। तो ये सन साथियों कुछ पॉइंट वो जिहड़े आपदे कावी टोटे तो संबंधित सन, जिसनों आपां कविता के तत्त या फिर कविता के अंग कह दिंदे हैं। मैनूं आस है कि आपनूं ये समझ आया होएगा। दोनों वीडियो देखोगे तुसीं, पिछले जिहड़े 4 वीडियो सन अते ये वीडियोज़ है, तो दोनों वीडियो देखने तो बाद आपनूं बहुत वधिया तरीके नाल समझ आ गया होएगा कि कविता के किहड़े-किहड़े तत्त ने। ते आपनूं जो कावी टोटा पुछया जाण वाला है रीट L2 के अंदर, L1 के अंदर, लैंगुएज सैकेंड पंजाबी के अंदर, तो उस ते इन्हां तत्तां तो संबंधित पुछया जाण वाला प्रश्न आपदी समझ के अंदर जरूर आ जाएगा। अगले क्लास के अंदर एक नवा वीडियो लैके एक नवे टॉपिक तो रिलेटेड हाज़र होना हाँ। उदों तक दे लई धन्नवाद साथियों।